हेलो फ्रेंड्स, वेलकम टू आवर पार्स कोचिंग चैनल। आज हम मैनेजमेंट काउंटिंग सेकंड चैप्टर ने मार्जिन कॉस्टिंग एंड कॉस्ट वॉल्यूम प्रॉफिट एनालाइज इंक्लूडिंग डिसीजन मेकिंग टॉपिक मीनिंग एंड ऑब्जेक्टिव ऑफ कॉस्ट वॉल्यूम प्रॉफिट एनालाइज एंड इट्स टेक्निक्स के बारे में क्या करेंगे, हम आज डिस्कस करेंगे कि कॉस्ट वॉल्यूम प्रॉफिट एनालाइज का मीनिंग क्या है। कॉस्ट वॉल्यूम प्रॉफिट एनालाइज is a technique for studying the relationship between cost, volume and profit। ਜਿਹੜੀ ਕੋਸਟ ਵੋਲੀਅਮ ਪ੍ਰੋਫਿਟ ਐਨਾਲਾਈਜ਼ ਇੱਕ ਇਹੋ ਜਿਹੀ ਤਕਨੀਕ ਹੈ ਜਿਹੜੀ ਆਪਾਂ ਨੂੰ ਕਿਸ ਚੀਜ਼ ਦੀ ਸਟੱਡੀ ਕਰਦੀ ਹੈ ਵੀ ਉਹਨਾਂ ਵਿਚਕਾਰ ਰਿਲੇਸ਼ਨਸ਼ਿਪ ਬਾਰੇ ਸਟੱਡੀ ਕਰਦੀ ਹੈ। ਕਿਸ ਲਈ ਸਟੱਡੀ ਕੀਤੀ ਜਾਂਦੀ ਹੈ? ਇਹ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਵਿਚਕਾਰ ਸਟੱਡੀ ਕੀਤੀ ਜਾਂਦੀ ਹੈ। ਕਿਹੜੀ? ਕੋਸਟ ਵੋਲੀਅਮ ਪ੍ਰੋਫਿਟ ਐਨਾਲਾਈਜ਼ ਕਿਸ ਚੀਜ਼ ਦਾ ਕੀ ਕਰਨਾ? ਵਿਸ਼ਲੇਸ਼ਣ ਕਰਨਾ। ਇੱਕ ਇਹੋ ਜਿਹੀ ਤਕਨੀਕ ਹੈ ਜੋ ਸਾਨੂੰ ਕਿਸ ਲਈ ਸਟੱਡੀ ਕੀਤੀ ਜਾਂਦੀ ਹੈ? ਇਹ ਉਹਨਾਂ ਦੇ ਰਿਲੇਸ਼ਨਸ਼ਿਪ ਬਾਰੇ। ਕਿਹਦੇ? ਕੋਸਟ ਜਿਹਨੂੰ ਲਾਗਤ ਕਿਹਾ ਜਾਂਦਾ, ਵੋਲੀਅਮ ਜਿਹੜੀ ਆਊਟਪੁੱਟ ਹੁੰਦੀ ਹੈ ਆਪਣੇ ਕੋਲ ਸੇਲ, ਐਂਡ ਪ੍ਰੋਫਿਟ ਲਾਭ। ਪ੍ਰੋਫਿਟ ਔਨ ਅੰਡਰਟੇਕਿੰਗ ਜਿਹੜੀ ਆਪਣੇ ਪ੍ਰੋਫਿਟ ਆਫ ਐਨ ਅੰਡਰਟੇਕਿੰਗ ਹੈ ਉਹ ਡਿਪੈਂਡ ਅਪੋਨ ਏ ਲਾਰਜ ਨੰਬਰ ਆਫ ਫੈਕਟਰਸ। ਵੀ ਜਿਹੜੀ ਆਪਣੇ ਕੋਲ ਜਿਹੜਾ ਪ੍ਰੋਫਿਟ ਹੈ, ਲਾਭ ਹੈ ਕਿਸੇ ਵੀ ਅੰਡਰਟੇਕਿੰਗ ਦਾ, ਕਿਹਦੇ ਡਿਪੈਂਡ ਕਰਦਾ ਹੈ? ਆਪਣੇ ਲਾਰਜ ਨੰਬਰ ਆਫ ਫੈਕਟਰ, ਬਹੁਤ ਸਾਰੇ ਤੱਤ ਕੀ ਕਰਦਾ ਹੈ? ਡਿਪੈਂਡ ਕਰਦਾ ਹੈ। ਬਟ ਦ ਮੋਸਟ ਇੰਪੋਰਟੈਂਟ ਦਿਸ ਫੈਕਟਰ ਆਰ ਦ ਕੋਸਟ ਆਫ ਮੈਨੂਫੈਕਚਰਸ, ਵੋਲੀਅਮ ਆਫ ਸੇਲਸ ਐਂਡ ਸੈਲਿੰਗ ਪ੍ਰਾਈਸ ਆਫ ਅ ਪ੍ਰੋਡਕਟ। ਵੀ ਜਿਹੜਾ ਮੋਸਟ ਇੰਪੋਰਟੈਂਟ ਫੈਕਟਰ ਹੈ ਉਹ ਫੈਕਟਰ ਇਹ ਹੈ, ਇੱਕ ਤਾਂ ਮੈਨੂਫੈਕਚਰ ਦੀ ਕੋਸਟ ਕੀ ਪੈ ਰਹੀ ਹੈ ਆਪਾਂ ਨੂੰ, ਵੀ ਜਿੱਥੇ ਵਸਤੂਆਂ ਪ੍ਰੋਡਿਊਸ ਹੋ ਰਹੀਆਂ, ਗੁੱਡਸ ਪ੍ਰੋਡਿਊਸ ਹੋ ਰਹੀ, ਉਹਦੀ ਕੋਸਟ ਕੀ ਪੈ ਰਹੀ ਹੈ ਆਪਾਂ ਨੂੰ। ਵੋਲੀਅਮ ਆਫ ਸੇਲ ਵੀ ਸੇਲ ਦੀ ਕਿੰਨੀ ਵੋਲੀਅਮ ਹੈ, ਐਂਡ ਦ ਸੈਲਿੰਗ ਪ੍ਰਾਈਸ ਆਫ ਪ੍ਰੋਡਕਟ ਦੀ ਸੈਲਿੰਗ ਪ੍ਰਾਈਸ ਕੀ ਹੈ। ਇਹਦਾ ਆਪਾਂ ਕਹਿ ਦਈਏ ਵੀ CVP ਕੀ ਹੁੰਦੀ ਹੈ? ਇੱਕ ਰਿਲੇਸ਼ਨਸ਼ਿਪ ਇੰਪੋਰਟੈਂਟ ਟੂਲ ਹੈ। ਕਿਸ ਵਾਸਤੇ ਯੂਜ਼ ਕੀਤਾ ਜਾਂਦਾ? ਫॉर ਪ੍ਰੋਫਿਟ ਪਲੈਨਿੰਗ ਆਫ ਏ ਬਿਜ਼ਨਸ। ਵੀ ਕਿਸੇ ਵੀ ਆਪਣੀ CVP ਰਿਲੇਸ਼ਨਸ਼ਿਪ ਕਿਸ ਵਾਸਤੇ ਆਪਾਂ ਸਟੱਡੀ ਕਰਦੇ ਹਾਂ ਵੀ ਆਪਾਂ ਨੂੰ ਵੀ ਕਿਸੇ ਬਿਜ਼ਨਸ ਦੀ ਪ੍ਰੋਫਿਟ ਪਲੈਨਿੰਗ ਵਾਸਤੇ ਕਿਹਨੂੰ ਇੰਪੋਰਟੈਂਟ ਟੂਲ ਮੰਨਿਆ ਜਾਂਦਾ ਹੈ। ਦ 3 ਫੈਕਟਰ ਆਫ CVP ਐਨਾਲਾਈਸਿਸ। ਵੀ ਕਿਹੜੇ 3 ਫੈਕਟਰ ਹੈ CVP ਮੈਨਿਕਾ? ਕੋਸਟ, ਵੋਲੀਅਮ, ਪ੍ਰੋਫਿਟ ਆਰ ਇੰਟਰਕਨੈਕਟਡ ਐਂਡ ਡਿਪੈਂਡਡ ਔਨ ਵਨ ਅਨਦਰ। ਵੀ ਤਿੰਨੇ ਕੀ ਇੱਕ ਦੂਜੇ ਨਾਲ ਕੀ ਸੰਬੰਧ ਹੈ ਤੇ ਤਿੰਨੇ ਇੱਕ ਦੂਜੇ 'ਤੇ ਕੀ ਹੈ? ਇਹ ਡਿਪੈਂਡਡ ਹੈ। ਫੋਰ ਐਗਜ਼ਾਮਪਲ ਪ੍ਰੋਫਿਟ ਡਿਪੈਂਡ ਅਪੋਨ ਸੇਲ। ਜਿਹੜਾ ਪ੍ਰੋਫਿਟ ਹੈ ਉਹ ਕਿਹਦੇ ਡਿਪੈਂਡ ਹੈ? ਸੇਲ 'ਤੇ, ਕਿਉਂਕਿ ਜੇ ਸੇਲ ਹੋ ਫਿਰ ਵੀ ਪ੍ਰੋਫਿਟ ਹੋ। ਸੈਲਿੰਗ ਪ੍ਰਾਈਸ ਟੂ ਲਾਰਜ ਐਕਸਟੈਂਟ ਡਿਪੈਂਡ ਅਪੋਨ ਕੋਸਟ। ਵੀ ਜੇ ਸੈਲਿੰਗ ਪ੍ਰਾਈਸ ਹੈ ਲਾਰਜ ਐਕਸਟੈਂਟ ਕਿਹਦੇ ਡਿਪੈਂਡ ਹੈ? ਕੋਸਟ 'ਤੇ। ਜਿਹੜੀ ਕੋਸਟ ਹੈ ਉਹ ਆਪਣੀ ਪ੍ਰੋਡਕਸ਼ਨ 'ਤੇ ਡਿਪੈਂਡ ਹੈ। ਕਿਹਦੇ ਡਿਪੈਂਡ ਹੈ? ਪ੍ਰੋਡਕਸ਼ਨ 'ਤੇ। ਐਜ਼ ਇਟ ਇਜ਼ ਓਨਲੀ ਦਾ ਵੇਰੀਏਬਲ ਕੋਸਟ ਡੈਟ ਵੇਰੀ ਡਾਇਰੈਕਟ ਵਿਦ ਦ ਪ੍ਰੋਡਕਸ਼ਨਸ। ਕਿ ਜਿਹੜੀ ਆਪਣੇ ਕੋਲ ਹੁਣ ਆਪਾਂ ਨੂੰ ਪਤਾ ਜਿਹੜੀ ਕੋਸਟ ਹੈ ਕੋਸਟ ਆਫ ਪ੍ਰੋਡਕਸ਼ਨ 'ਤੇ ਡਿਪੈਂਡ ਕਰਦੀ ਹੈ। ਕਹਿੰਦੇ ਉਹਨੇ ਕੋਸਟ ਨੂੰ 2 ਪਾਰਟ 'ਚ ਵੰਡਤਾ, ਇੱਕ ਤਾਂ ਵੇਰੀਏਬਲ ਕੋਸਟ ਹੁੰਦੀ ਹੈ, ਇੱਕ ਕੀ ਹੁੰਦੀ ਹੈ? ਫਿਕਸ ਕੋਸਟ। ਵੇਰੀਏਬਲ ਕੋਸਟ ਹੁੰਦੀ ਹੈ ਜਿਹੜੀ ਪ੍ਰੋਡਕਸ਼ਨ ਦੇ ਅਕੋਰਡਿੰਗ ਕੀ ਹੁੰਦੀ ਹੈ? ਵੈਰੀ ਕਰਦੀ ਰਹਿੰਦੀ ਹੈ, ਮਤਲਬ ਚੇਂਜ ਹੁੰਦੀ ਰਹਿੰਦੀ ਹੈ। ਜਦ ਕਿ ਜਿਹੜੀ ਫਿਕਸ ਕੋਸਟ ਹੈ ਉਹ ਫਿਕਸ ਹੀ ਰਹਿੰਦੀ ਹੈ। ਉਹ ਵੋਲੀਅਮ ਜਿੰਨੀ ਮਰਜ਼ੀ ਪ੍ਰੋਡਿਊਸ ਹੋਈ ਜਾਵੇ ਉਹ ਕੋਸਟ ਕੀ ਰਹਿਣੀ ਹੈ? ਆਪਾਂ ਨੇ ਫਿਕਸ ਹੀ ਰਹਿਣੀ ਹੈ। ਇਨ ਕੋਸਟ ਵੋਲੀਅਮ ਐਨਾਲਾਈਜ਼ ਐਨ ਅਟੈਂਪਟ ਇਜ਼ ਮੇਡ to analyze the relationship between the variation in cost with the variation in volume। ਇਸ ਕਰਕੇ ਜਿਹੜੀ ਕੋਸਟ ਜਿਹੜੀ ਆਪਣੇ ਕੋਲ ਵੋਲੀਅਮ ਪ੍ਰੋਫਿਟ ਐਨਾਲਾਈਜ਼ ਹੈ ਉਹ ਇੱਕ ਤਰ੍ਹਾਂ ਕੀ ਅਟੈਂਪਟ ਕਰਦੇ ਆਪਾਂ ਕਿਸ ਚੀਜ਼ ਨੂੰ ਵੀ ਉਹ 'ਚ ਰਿਲੇਸ਼ਨਸ਼ਿਪ ਨੂੰ ਐਨਾਲਾਈਜ਼ ਕਰਨ ਦੇ ਵਿੱਚ ਕਿਹਦੇ ਵਿਚਕਾਰ? ਕੋਸਟ ਐਂਡ ਵੇਰੀਏਸ਼ਨ ਇਨ ਵੋਲੀਅਮ ਦੇ ਵਿਚਕਾਰ। ਕੋਸਟ ਵੋਲੀਅਮ ਪ੍ਰੋਫਿਟ ਰਿਲੇਸ਼ਨਸ਼ਿਪ ਆਫ ਇਮੈਂਸ ਯੂਟਿਲਿਟੀ ਟੂ ਮੈਨੇਜਮੈਂਟ ਐਜ਼ ਇਟ ਅਸਿਸਟ ਇਨ ਪ੍ਰੋਫਿਟ ਪਲੈਨਿੰਗ। ਜੇ ਕੋਸਟ ਵੋਲੀਅਮ ਪ੍ਰੋਫਿਟ ਰਿਲੇਸ਼ਨਸ਼ਿਪ ਹੈ ਸਾਨੂੰ ਕੀ ਦੱਸਦੀ ਹੈ? ਕਿਸੇ ਯੂਟਿਲਿਟੀ ਮੈਨੇਜਮੈਂਟ ਬਾਰੇ ਦੱਸਦੀ ਹੈ ਵੀ ਕਿਸ ਤਰ੍ਹਾਂ ਪ੍ਰੋਫਿਟ ਪਲੈਨਿੰਗ ਕਰਨੀ ਹੈ, ਕਿਸ ਤਰ੍ਹਾਂ ਕੋਸਟ ਕੰਟਰੋਲ ਕਰਨਾ, ਕਿਸ ਤਰ੍ਹਾਂ ਆਪਾਂ ਡਿਸੀਜ਼ਨ ਮੇਕਿੰਗ ਕਰਨਾ ਹੈ। ਕੋਸਟ ਵੋਲੀਅਮ ਪ੍ਰੋਫਿਟ ਐਨਾਲਾਈਜ਼ ਕੈਨ ਬੀ ਯੂਜ਼ ਟੂ ਕਹਿੰਦਾ ਆਪਾਂ ਇਸ ਤਰ੍ਹਾਂ ਆਂਸਰ ਕੁਐਸਚਨ ਵਾਸਤੇ ਆਪਾਂ ਕਰ ਸਕਦੇ ਹਾਂ ਵੀ ਉਹ ਕਿਹੜੇ ਆਂਸਰਸ ਹੈ ਜਿਹਨੇ ਕੁਐਸਚਨ ਆਪਾਂ ਦੇ ਸਕਦੇ ਹਾਂ। ਹਾਊ ਮੱਚ ਸੇਲ ਸ਼ੁੱਡ ਬੀ ਮੇਡ ਟੂ ਅਵੋਇਡ ਲੋਸਿਸ। ਵੀ ਸਾਨੂੰ ਕਿੰਨੀ ਕੁ ਸੇਲ ਕਰਨੀ ਚਾਹੀਦੀ ਜਿਹੜੀ ਆਪਾਂ ਲੋਸਿਸ ਤੋਂ ਕੀ ਰਹੇ ਅਵੋਇਡ। ਇਹ ਕੁਐਸਚਨ ਹੋ ਗਿਆ। ਹਾਊ ਮਚ ਸ਼ੁੱਡ ਬੀ ਸੇਲ ਟੂ ਅਰਨ ਡਿਜ਼ਾਇਰ ਪ੍ਰੋਫਿਟ। ਵੀ ਸਾਨੂੰ ਕਿੰਨੀ ਸੇਲ ਕਰਨੀ ਚਾਹੀਦੀ ਹੈ ਆਦਾ ਮਨ ਚਾਹੇ ਲਾਭ ਕਮਾਉਣ ਲਈ ਜਾਂ ਡਿਜ਼ਾਇਰ ਪ੍ਰੋਫਿਟ ਕਰਨ ਲਈ। ਵਟ ਵਿਲ ਬੀ ਦਾ ਫੈਕਟਰ ਆਫ ਚੇਂਜ ਇਨ ਪ੍ਰਾਈਸ ਕੋਸਟ ਐਂਡ ਵੋਲੀਅਮ ਔਨ ਪ੍ਰੋਫਿਟ। ਵੀ ਕਹਿੰਦਾ ਆਪਣੇ ਕੋਲ ਕਿਸੇ ਵੀ ਕੀਮਤ ਵਿੱਚ ਚੇਂਜ ਹੋਣ ਨਾਲ ਆਪਣੇ ਕੋਲ ਕੋਸਟ ਤੇ ਵੋਲੀਅਮ ਔਨ ਪ੍ਰੋਫਿਟ 'ਤੇ ਕੀ ਇਫੈਕਟ ਪੈ ਸਕਦਾ ਆਪਣੇ ਪ੍ਰਾਈਸ 'ਤੇ ਚੇਂਜ ਹੋਣ ਨਾਲ। ਵਿਚ ਪ੍ਰੋਡਕਟ ਮਿਕਸ ਮੋਸਟ ਪ੍ਰੋਫਿਟੇਬਲ। ਵੀ ਕਿਹੜਾ ਪ੍ਰੋਡਕਟ ਮਿਕਸ ਜ਼ਿਆਦਾ ਕੀ ਪ੍ਰੋਫਿਟੇਬਲ ਹੈ। ਸ਼ੁੱਡ ਬੀ ਮੈਨੂਫੈਕਚਰ ਜਾਂ ਬਾਏ ਸਮ ਪ੍ਰੋਡਕਟ ਜਾਂ ਕੰਪੋਨੈਂਟ ਆਪਣੇ ਕੋਲ ਐਂਡ ਸੋ ਔਨ। ਵੀ ਸਾਨੂੰ ਕੀ ਕਰਨਾ ਚਾਹੀਦਾ? ਵੀ ਸਾਨੂੰ ਖੁਦ ਨੂੰ ਮੈਨੂਫੈਕਚਰ ਕਰਨਾ ਚਾਹੀਦਾ ਜਾਂ ਕੁਛ ਪ੍ਰੋਡਕਟ ਕੀ ਕਰਨੇ ਚਾਹੀਦੇ? ਖਰੀਦ ਲੈਣੇ ਚਾਹੀਦੇ ਹੈ। ਇਹ ਕੀ ਆਪਣੇ ਕੋਲ ਕਿ ਕੁਐਸਚਨ ਇੱਥੇ ਕੀ ਹੁੰਦੇ ਆਪਾਂ ਇਹਨਾਂ ਕੋਸਟ ਵੋਲੀਅਮ ਪ੍ਰੋਫਿਟ ਐਨਾਲਾਈਜ਼ ਇਸ ਵਾਸਤੇ ਯੂਜ਼ ਕੀਤੇ ਜਾਂਦੇ ਵੀ ਇਹਨਾਂ ਕੁਐਸਚਨਾਂ ਦਾ ਆਪਾਂ ਨੂੰ ਕੀ ਮਿਲ ਸਕੇ? ਆਂਸਰ ਮਿਲ ਸਕੇ। ਕੀ ਮਿਲ ਸਕੇ ਆਪਾਂ ਨੂੰ? ਆਂਸਰ। ਜਿਹੜੇ ਕੁਐਸਚਨ ਆਪਣੇ ਕੀ ਕੀਤੇ ਹੈ? ਰੀਡ ਕੀਤੇ ਹੈ। ਇਸ ਕਰਕੇ ਜਿਹੜੀ CVP ਟੈਕਨੀਕ ਹੈ ਇਹਨਾਂ ਕੁਐਸਚਨਾਂ ਦਾ ਆਂਸਰ ਕੀ ਕਰਨ ਲਈ ਕੀਤੀ ਜਾਂਦੀ ਹੈ? ਯੂਜ਼ ਕੀਤੀ ਜਾਂਦੀ ਹੈ। ਕੀ ਕੀਤੀ ਜਾਂਦੀ ਹੈ? ਯੂਜ਼ ਕੀਤੀ ਜਾਂਦੀ ਹੈ। ਮੇਨ ऑब्जेक्टिव ऑफ कॉस्ट वॉल्यूम प्रॉफिट एनालाइज। भी मेन ऑब्जेक्टिव की है कॉस्ट वॉल्यूम प्रॉफिट एनालाइज का।
ਕੋਸਟ ਵੋਲੀਅਮ ਪ੍ਰੋਫਿਟ ਐਨਾਲਾਈਜ਼ ਜਿਹੜੀ ਆਪਣੇ ਕੋਲ ਲਾਗਤ ਮਾਤਰਾ ਤੇ ਲਾਭ ਉਹ ਵਿਸ਼ਲੇਸ਼ਣ ਮੇ ਵੀ ਯੂਜ਼ ਇਨ ਡਿਟਰਮਿੰਗ ਦਾ ਬ੍ਰੇਕ ਈਵਨ ਪੁਆਇੰਟ ਵੀ ਜੇ CVP ਹੈ ਉਹ ਆਪਾਂ ਕਿ ਬ੍ਰੇਕ ਈਵਨ ਪੁਆਇੰਟ ਨੂੰ ਨਿਰਧਾਰਿਤ ਕਰਨ ਵਿੱਚ ਕੀ ਕਰਦੇ ਹਾਂ ਯੂਜ਼ ਕਰਦੇ ਹਾਂ। ਨੰਬਰ 2 ਸੈਲਿੰਗ ਪ੍ਰਾਈਸ ਨੂੰ ਫਿਕਸ ਕਰਨ ਵਿੱਚ ਕਰਦੇ ਹਾਂ। ਨੰਬਰ 3 ਆਪਾਂ ਨੇ ਸਿਲੈਕਟ ਕਰਨਾ ਹੁੰਦਾ ਵੀ ਕਿਹੜਾ ਪ੍ਰੋਡਕਟ ਸੁਟੇਬਲ ਹੈ ਜਾਂ ਕਿਹੜਾ ਸੇਲ ਮਿਕਸ ਹੈ। ਪ੍ਰੋਫਿਟ ਪਲੈਨਿੰਗ ਐਂਡ ਮੇਨਟੇਨਿੰਗ ਡਿਜ਼ਾਇਰ ਲੈਵਲ ਪ੍ਰੋਫਿਟ ਪਲੈਨਿੰਗ ਵਿੱਚ ਹੈਲਪ ਕਰਦਾ ਹੈ ਜਾਂ ਕਿ ਡਿਜ਼ਾਇਰ ਲੈਵਲ ਆਫ ਪ੍ਰੋਫਿਟ ਨੂੰ ਕੀ ਹੈ ਮੇਨਟੇਨ ਕਰਕੇ ਕੀ ਹੈ ਸਹਾਇਤਾ ਕਰਦਾ ਆਪਣੇ CVP। ਡਿਟਰਮਿਨਿੰਗ ਦਾ ਓਪਟੀਮਲ ਲੈਵਲ ਆਫ ਐਕਟੀਵਿਟੀ ਕਹਿੰਦਾ ਆਪਾਂ ਨੇ ਦੇਖਣੀ ਵੀ ਉਹ ਕਿਹੜੀ ਓਪਟੀਮਲ ਲੈਵਲ ਆਫ ਐਕਟੀਵਿਟੀ ਹੈ ਉਹਨੂੰ ਤਾਂ ਕਰਨ 'ਚ ਕਰਦਾ ਹੈਲਪ ਕਰਦਾ ਹੈ। ਅਵੈਲੂਏਟ ਪਰਫਾਰਮੈਂਸ ਨੂੰ ਅਵੈਲੂਏਟ ਕਰਦਾ ਹੈ। ਟੇਕਿੰਗ ਮੈਨੀ ਅਦਰ ਡਿਸੀਜ਼ਨ ਇਨਵੋਲਵ ਅਲਟਰਨੇਟਿਵ ਚੋਇਸ ਸੱਚ ਐਜ਼ ਮੇਕ ਜਾਂ ਬਾਈ ਡਿਸੀਜ਼ਨਸ ਕਹਿੰਦੇ ਸਾਨੂੰ ਕਿ ਕੋਈ ਵੀ ਡਿਸੀਜ਼ਨ ਲੈਣਾ ਹੁੰਦਾ ਉਹਦੇ ਵਿੱਚ ਕੀ ਕਰਦਾ ਹੈਲਪ ਕਰਦਾ ਅਲਟਰਨੇਟਿਵ ਚੋਇਸ ਹੁੰਦਾ ਵੀ ਆਪਾਂ ਉਹ ਪ੍ਰੋਡਕਟ ਨੂੰ ਬਣਾਇਆ ਜਾਵੇ ਜਾਂ ਕਿ ਖਰੀਦਿਆ ਜਾਵੇ ਇਹਦੇ ਸੰਬੰਧੀ ਆਪਣੇ ਕੀ ਡਿਸੀਜ਼ਨ ਲੈਣ 'ਚ ਕੀ ਕਰਦਾ ਆਪਾਂ ਨੂੰ ਹੈਲਪ ਕਰਦਾ ਵੀ ਕਿਹੜਾ ਅਸੈਪਟ ਕੀਤਾ ਜਾਵੇ ਡਿਸੀਜ਼ਨ ਅਤੇ ਕਿਹੜਾ ਕੀ ਕੀਤਾ ਜਾਵੇ ਰਿਜੈਕਟ ਕੀਤਾ ਜਾਵੇ। ਇਹ CVP ਦੇ ਕੀ ਹੁੰਦੇ ਉਦੇਸ਼ CVP ਤੁਹਾਨੂੰ ਪਤਾ ਵੀ ਕਿਹੜਾ ਬ੍ਰੇਕ ਈਵਨ ਪੁਆਇੰਟ ਨਿਰਧਾਰਿਤ ਕਰਨ। ਸੈਕਿੰਡ ਸੈਲਿੰਗ ਪ੍ਰਾਈਸ ਨੂੰ ਉਹ ਫਿਕਸ ਕਰਨ ਵਿੱਚ। ਥਰਡ ਕੀ ਹੈ ਵੀ ਕਿਹੜਾ ਪ੍ਰੋਡਕਟ ਆਪਣੇ ਕੋਲ ਸੂਟੇਬਲ ਹੈਗਾ ਜਾਂ ਸੇਲ ਮਿਕਸ ਹੈ। ਤੇ ਫੋਰਥ ਕੀ ਹੈ ਪ੍ਰੋਫਿਟ ਪਲੈਨਿੰਗ ਤੇ ਡਿਜ਼ਾਇਰ ਲੈਵਲ ਪ੍ਰੋਫਿਟ ਨੂੰ ਕੀ ਮੇਨਟੇਨ ਕਰਨ ਵਿੱਚ। ਡਿਟਰਮਿੰਗ ਦਾ ਓਪਟੀਮਮ ਲੈਵਲ ਆਫ ਐਕਟੀਵਿਟੀ ਅਵੈਲੂਏਟਿੰਗ ਅ ਪਰਫਾਰਮੈਂਸ ਉਸ ਤੋਂ ਬਾਅਦ ਆਪਾਂ ਨੇ ਦੇਖਣਾ ਵੀ ਕਿਹੜਾ ਡਿਸੀਜ਼ਨ ਹੈ ਵੀ ਕਿਹੜਾ ਡਿਸੀਜ਼ਨ ਆਪਣੇ ਲਈ ਸਹੀ ਹੈ ਐਕਸੈਪਟ ਕਰਨਾ ਚਾਹੀਦਾ ਰਿਜੈਕਟ ਜਾਂ ਕੀ ਆਪਾਂ ਨੂੰ ਪ੍ਰੋਡਕਟ ਨੂੰ ਮੇਕ ਕਰਨਾ ਚਾਹੀਦਾ ਜਾਂ ਬਾਏ ਸਾਨੂੰ ਕੀ ਕਹਿੰਦੇ CVP ਹੈਲਪ ਕਰਦੀ ਹੈ ਕਿਉਂਕਿ CV ਦੇ ਵਿੱਚ ਉਹ ਟੂਲਸ ਹੈ ਜਿਹੜੀ ਆਪਾਂ ਨੂੰ ਆਹ ਸਾਰੇ ਆਬਜੈਕਟਿਵ ਨੂੰ ਕੀ ਕਰਨ ਅਚੀਵ ਕਰਨ ਵਿੱਚ ਕੀ ਕਰਦੀ ਹੈ ਹੈਲਪ ਕਰਦੀ ਹੈ। ਅਜੰਪਸ਼ਨਸ ਆਫ CVP ਐਨਾਲਾਈਸਿਸ ਵੀ ਉਹ ਕਿਹੜੀਆਂ ਮਾਨਤਾਵਾਂ ਹਨ ਜੋ ਕੋਸਟ ਵੋਲੀਅਮ ਪ੍ਰੋਫਿਟ ਐਨਾਲਾਈਸਿਸ ਦੇ ਲਈ ਹਨ। ਕਹਿੰਦਾ ਕੋਸਟ ਵੋਲੀਅਮ ਪ੍ਰੋਫਿਟ ਐਨਾਲਾਈਸਿਸ ਬੇਸਡ ਅਪੋਨ ਏ ਨੰਬਰ ਆਫ ਅਜੰਪਸ਼ਨਸ ਵੀ ਉਹ ਹੇਠ ਲਿਖੇ ਮਾਨਤਾ ਦੇ ਆਧਾਰ 'ਤੇ ਹੈ। ਪਹਿਲਾ ਆਲ ਐਲੀਮੈਂਟ ਆਫ ਕੋਸਟ ਕੈਨ ਬੀ ਇਸ ਜਿਹੜੀ ਵੀ ਆਪਣੇ ਕੋਲ ਹੋਗੀ ਸੈਗਰੇਟਡ ਇਨਟੂ ਫਿਕਸ ਐਂਡ ਵੇਰੀਏਬਲ ਕੰਪੋਨੈਂਟ ਵੀ ਜਿਹੜੀ ਆਪਣੇ ਕੋਲ ਜਿੰਨੇ ਵੀ ਐਲੀਮੈਂਟ ਕੋਸਟ ਦੇ ਹੋਣਗੇ ਉਹਨੂੰ ਕੀ 'ਚ ਵੰਡ ਲਾਂਗੇ ਆਪਾਂ ਫਿਕਸ ਸਥਿਰ ਅਤੇ ਪਰਿਵਰਤਨਸ਼ੀਲ 'ਚ ਕੀ ਆਪਾਂ ਨੂੰ ਡਿਵਾਈਡ ਕਰ ਲਾਂਗੇ। ਜਿਹੜੇ ਵੇਰੀਏਬਲ ਕੋਸਟ ਹੈ ਠੀਕ ਹੈ ਉਹ ਕੋਸਟ ਰਹਿੰਦੇ ਪਰ ਯੂਨਿਟ ਆਫ ਆਊਟਪੁੱਟ ਰਿਸਪੈਕਟਿਵ ਆਫ ਦਾ ਲੈਵਲ ਆਫ ਆਊਟਪੁੱਟ ਕਹਿੰਦਾ ਆਪਾਂ ਨੂੰ ਪਤਾ ਹੈ ਜਿਹੜੀ ਉਹ ਕੁਛ ਕੁ ਯੂਨਿਟਾਂ ਤੱਕ ਤਾਂ ਚਲੋ ਕੌਂਸਟੈਂਟ ਰਹਿੰਦੇ ਜਿਵੇਂ ਜਿਵੇਂ ਯੂਨਿਟਾਂ ਵਧ ਜਾਣਗੇ ਵੇਰੀਏਬਲ ਕੋਸਟ ਵੀ ਕੀ ਹੁੰਦੀ ਰਹੂਗੀ ਚੇਂਜ ਹੁੰਦੀ ਫਲਕਚੁਏਟ ਹੁੰਦੀ ਰਹੂਗੀ ਕਿਉਂਕਿ ਕਿਹਦੇ ਨਾਲ ਲਿੰਕ ਹੈ ਸਿੱਧਾ ਪ੍ਰੋਡਕਸ਼ਨ ਨਾਲ ਲਿੰਕ ਹੈ ਕਿਉਂਕਿ ਜਿਵੇਂ ਜਿਵੇਂ ਕਹਿੰਦਾ ਆਪਣੀ ਪ੍ਰੋਡਕਸ਼ਨ 'ਚ ਫਲਕਚੁਏਸ਼ਨ ਆਊਗੀ ਉਵੇਂ ਉਵੇਂ ਵੋਲੀਅਮ ਜਿਵੇਂ ਕੋਈ ਫਲਕਚੁਏਸ਼ਨ ਹੋਣਾ ਆਊਟਪੁੱਟ ਵੋਲੀਅਮ 'ਚ ਵੀ ਚੇਂਜ ਆਊਗੀ ਆਊਟਪੁੱਟ ਵੋਲੀਅਮ 'ਚ ਨਾ ਵੇਰੀਏਬਲ ਕੋਸਟ ਵੀ ਕੀ ਰਹੂਗੀ ਆਪਣੇ ਕੋਲ ਚੇਂਜ ਆਊਗੀ। ਸ਼ੁਰੂ ਤੋਂ ਲੈਵਲ 'ਤੇ ਪਰ ਯੂਨਿਟ ਆਊਟਪੁੱਟ ਕੋਂਸਟੈਂਟ ਹੋਊਗੀ ਪਰ ਰਿਸਪੈਕਟਿਵ ਲੈਵਲ ਆਊਟਪੁੱਟ ਜਿਵੇਂ ਜਿਵੇਂ ਆਪਣੇ ਆਊਟਪੁੱਟ ਦਾ ਮਤਲਬ ਚੇਂਜ ਹੋਈ ਜਾਊਗਾ ਜਾਂ ਕੀ ਹੋਈ ਜਾਊਗਾ ਆਪਣੀ ਆਊਟਪੁੱਟ ਚੇਂਜ ਹੋਈ ਜਾਊਗੀ ਜਾਂ ਕਿ ਆਪਣੇ ਕੋਲ ਫਲਕਚੁਏਸ਼ਨ ਹੋਈ ਜਾਊ ਤਾਂ ਉਦੋਂ ਕੀ ਆਪਣੇ ਕੋਲ ਕੀ ਵੇਰੀਏਬਲ ਕੋਸਟ ਵੀ ਕੀ ਹੁੰਦੀ ਰਹੂਗੀ ਚੇਂਜ ਹੁੰਦੀ ਰਹੂਗੀ। ਕਹਿੰਦਾ ਫਿਕਸ ਕੋਸਟ ਮੇਨ ਅਨਚੇਂਜ ਕੋਂਸਟੈਂਟ ਫॉर द ਇੰਟਾਇਰ ਵੋਲੀਅਮ ਆਫ ਪ੍ਰੋਡਕਸ਼ਨਸ ਵੀ ਜਿਹੜੀ ਫਿਕਸ ਕੋਸਟ ਹੈ ਅਨਚੇਂਜ ਰਹਿੰਦੀ ਹੈ ਵੀ ਇਹਦੇ 'ਚ ਕੋਈ ਚੇਂਜ ਨਹੀਂ ਹੁੰਦਾ ਇਹ ਕੋਂਸਟੈਂਟ ਹੀ ਰਹਿੰਦੀ ਹੈ ਜਿੰਨੀ ਮਰਜ਼ੀ ਪ੍ਰੋਡਕਸ਼ਨ ਹੋਵੇ। ਪ੍ਰੋਡਕਟੀਵਿਟੀ ਐਂਡ ਐਫੀਸ਼ੀਐਂਸੀ ਆਫ ਆਪਰੇਸ਼ਨ ਰਿਮੇਨ ਕੌਂਸਟੈਂਟ ਐਂਡ ਵੇਰੀਅਸ ਲੈਵਲ ਆਫ ਆਪਰੇਸ਼ਨਸ ਵੀ ਜਿਹੜੀ ਦੀ ਪ੍ਰੋਡਕਟੀਵਿਟੀ ਹੈ ਐਂਡ ਐਫੀਸ਼ੀਐਂਸੀ ਹੈ ਆਪਰੇਸ਼ਨਸ ਦੀ ਕਹਿੰਦੇ ਕੀ ਰਹਿੰਦੀ ਹੈ ਕੌਂਸਟੈਂਟ ਰਹਿੰਦੀ ਹੈ ਕਿਤੇ ਵੇਰੀਅਸ ਲੈਵਲ ਆਫ ਆਪਰੇਸ਼ਨ ਵੀ ਜਿਹੜੇ ਆਪਣੇ ਕੋਲ ਅਲੱਗ-ਅਲੱਗ ਲੈਵਲ ਹੁੰਦੇ ਆ ਕੋਈ ਐਕਟੀਵਿਟੀ ਦੇ ਆਪਰੇਸ਼ਨਸ ਦੇ ਕਿਰਿਆਵਾਂ ਦੇ ਉਹਦੀ ਜਿਹੜੀ ਪ੍ਰੋਡਕਟੀਵਿਟੀ ਐਫੀਸ਼ੀਐਂਸੀ ਹੁੰਦੀ ਆਪਰੇਸ਼ਨ ਦੀ ਉਹ ਰਿਮੇਨ ਕੌਂਸਟੈਂਟ ਹੀ ਰਹਿੰਦੀ ਹੈ। ਸੈਲਿੰਗ ਪ੍ਰਾਈਸ ਪਰ ਯੂਨਿਟ ਰਿਮੇਨ ਅਨਚੇਂਜ ਜਾਂ ਕੌਂਸਟੈਂਟ ਹੈ ਲੈਵਲ ਆਫ ਐਕਟੀਵਿਟੀ ਜਿੰਨੀ ਵੀ ਲੈਵਲ ਆਫ ਐਕਟੀਵਿਟੀ ਹੋਣਗੇ ਉੱਤੇ ਆਪਣੀ ਜਿਹੜੀ ਸੈਲਿੰਗ ਪ੍ਰਾਈਸ ਹੋਊਗੀ ਉਹ ਸੇਮ ਰਹੂਗੀ ਮਤਲਬ ਕੋਈ ਚੇਂਜ ਨਹੀਂ ਆਊਗਾ ਕੌਂਸਟੈਂਟ ਹੋਊਗੀ। ਦ ਵੋਲੀਅਮ ਆਫ ਪ੍ਰੋਡਕਸ਼ਨ ਔਰ ਆਊਟਪੁੱਟ ਇਜ਼ ਦਾ ਓਨਲੀ ਫੈਕਟਰ ਵਿਚ ਇਜ਼ ਇਨਫਲੂਐਂਸਿਸ ਦਾ ਕੋਸਟ ਵੀ ਆਪਾਂ ਨੂੰ ਪਤਾ ਜਿਹੜੀ ਪ੍ਰੋਡਕਸ਼ਨ ਦੀ ਮਾਤਰਾ ਹੁੰਦੀ ਹੈ ਆਊਟਪੁੱਟ ਹੁੰਦੀ ਹੈ ਉਹਨੂੰ ਕਿਹੜਾ ਫੈਕਟਰ ਪ੍ਰਭਾਵਿਤ ਕਰਦਾ ਸਿਰਫ ਕੋਸਟ ਹੀ ਉਹਨੂੰ ਕੀ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਕੋਸਟ ਹੀ ਉਹਨੂੰ ਕੀ ਕਰਦੀ ਹੈ ਪ੍ਰਭਾਵਿਤ ਕਰਦੀ ਹੈ ਕਿਹਨੂੰ ਵੋਲੀਅਮ ਆਫ ਪ੍ਰੋਡਕਸ਼ਨ ਜਾਂ ਆਊਟਪੁੱਟ ਨੂੰ। ਦੇਰ ਇਜ਼ ਨੋ ਚੇਂਜ ਇਨ ਦਾ ਕੁਆਂਟਿਟੀ ਆਫ ਓਪਨਿੰਗ ਐਂਡ ਕਲੋਜ਼ਿੰਗ ਇਨਵੈਂਟਰੀਜ਼ ਵੀ ਸਾਨੂੰ ਕਿਸੇ ਵੀ ਕੁਆਂਟਿਟੀ ਓਪਨਿੰਗ ਤੇ ਕਲੋਜ਼ਿੰਗ ਵਿੱਚ ਕੀ ਨਹੀਂ ਕਰਨੀ ਚਾਹੀਦੀ ਚੇਂਜ ਨਹੀਂ ਕਰਨੀ ਚਾਹੀਦੀ ਕਿਉਂਕਿ ਪਤਾ ਹੈ ਦੇਰ ਇਜ਼ ਨੋ ਚੇਂਜ ਕੋਈ ਵੀ ਓਪਨਿੰਗ ਕਲੋਜ਼ਿੰਗ ਇਵੈਂਟ 'ਚ ਕੀ ਨਹੀਂ ਹੁੰਦੀ ਚੇਂਜ ਨਹੀਂ ਹੁੰਦੀ। ਇਹ ਮੰਨ ਕੇ ਚੱਲਿਆ ਜਾਂਦਾ ਵੀ ਜਿੰਨੀਆਂ ਯੂਨਿਟਾਂ ਪ੍ਰੋਡਿਊਸ ਹੋਈਆਂ ਉਹ ਸਾਰੀ ਕੀ ਕਰਤੀਆਂ ਆਪਾਂ ਨੇ ਵੇਚਤੀਆਂ ਇਹਦੀ ਮਾਨਤਾ ਕਿਉਂਕਿ ਆਪਾਂ ਸਾਰੀ ਕੀ ਪੜ੍ਹ ਰਹੇ ਹਾਂ ਮਾਨਤਾ ਪੜ੍ਹ ਰਹੇ ਜੰਪਸ਼ਨ ਪੜ੍ਹ ਰਹੇ ਹਾਂ ਜਿਹਨੂੰ ਆਪਾਂ ਮੰਨ ਕੇ ਚੱਲਣਾ ਹੈ ਵੀ ਆਪਣੇ ਕੋਲ ਪਤਾ ਨਾ ਤਾਂ ਕੋਈ ਓਪਨਿੰਗ ਸਟਾਕ ਬਚਦਾ ਨਾ ਹੀ ਕਲੋਜ਼ਿੰਗ ਸਟਾਕ ਵੀ ਜਿੰਨੀਆਂ ਪ੍ਰੋਡਕਸ਼ਨ ਕੀਤੀ ਹੋਊਗੀ ਉਹ ਸਾਰੀ ਕੀ ਹੋਣਗੀਆਂ ਸੇਲ ਹੋਣਗੀਆਂ। ਦ ਸੇਲ ਮਿਕਸ ਰਿਮੇਨ ਕੌਂਸਟੈਂਟ ਐਟ ਆਲ ਲੈਵਲ ਐਕਟੀਵਿਟੀ ਇਨ ਕੇਸ ਆਫ ਮਲਟੀ ਪ੍ਰੋਡਕਟ ਫਰਮਸ ਦੇ ਵਿੱਚ ਕਿ ਜੇ ਸੇਲ ਮਿਕਸ ਹੋ ਗਈ ਕੌਂਸਟੈਂਟ ਹੋ ਗਈ ਆਲ ਐਕਟੀਵਿਟੀ ਜੇ ਕਹਿੰਦਾ ਆਪਣੇ ਕੋਲ ਮਲਟੀ ਪ੍ਰੋਡਕਟ ਫਰਮ ਹੋਵੇ ਮਤਲਬ ਬਹੁਤ ਸਾਰੇ ਪ੍ਰੋਡਕਟ ਕੀ ਤਿਆਰ ਕਰਦੀ ਹੋਵੇ। ਟੋਟਲ ਕੋਸਟ ਐਂਡ ਟੋਟਲ ਰੈਵਨਿਊ ਆਰ ਲੀਨੀਅਰ ਫੰਕਸ਼ਨ ਆਫ ਆਊਟਪੁੱਟ ਵੀ ਜਿਹੜੀ ਟੋਟਲ ਕੋਸਟ ਹੈ ਟੋਟਲ ਰੈਵਨਿਊ ਹੈ ਉਹ ਇੱਕ ਤਾਂ ਫੰਕਸ਼ਨ ਆਫ ਆਊਟਪੁੱਟ ਦੀ ਕੀ ਮੰਨੀ ਜਾਂਦੀ ਹੈ ਲੀਨੀਅਰ ਫੰਕਸ਼ਨ ਮੰਨਿਆ ਜਾਂਦਾ ਹੈ। ਹੁਣ ਆਪਾਂ ਨੈਕਸਟ ਟॉपिक ਟੈਕਨੀਕਸ ਐਲੀਮੈਂਟ ਆਫ ਕੋਸਟ ਵੋਲੀਅਮ ਪ੍ਰੋਫਿਟ ਐਨਾਲਿਸਿਸ ਕੀ ਕਰਾਂਗੇ ਡਿਸਕਸ ਕਰ ਰਹੇ ਹਾਂ। ਪਹਿਲੀ ਟੈਕਨੀਕਸ ਹੈ ਕੰਟਰੀਬਿਊਸ਼ਨ ਕੀ ਹੁੰਦਾ ਹੈ कंट्रीब्यूशन सेकंड है मार्जिन कॉस्टिंग इक्वेशन थर्ड है प्रॉफिट वॉल्यूम एंड रेशो फोर्थ है ब्रेक इवन लाइज फिफ्थ है मार्जिन ऑफ सेफ्टी सिक्स है प्रॉफिट वॉल्यूम ग्राफ।
सब तो पहले आप फस्ट टैक्नीक्स बारे की करांगे, आप डिस्कस करांगे ਜਿਹੜੇ ਆਪਾਂ ਇਹਨਾਂ ਨੂੰ इंपॉर्टेंट टूल भी समझने ਤੇ ਟੈਕਨੀਕ भी समझ सकते हैं। कंट्रीब्यूशन मार्जिन कंसैप्ट की है, कहना कंट्रीब्यूशन ਹੁੰਦਾ ਹੈ ਸਹਿਯੋਗ। ਕੀ ਹੁੰਦਾ ਕੰਟਰੀਬਿਊਸ਼ਨ, ਕੀ ਕਹਿੰਦੇ ਇਹਨੂੰ, ਸਹਿਯੋਗ ਕਹਿ ਦਿੰਦੇ ਆਪਾਂ ਇਹਨੂੰ। ਦੇਖੋ ਕੰਟਰੀਬਿਊਸ਼ਨ ਹੁੰਦਾ ਹੈ ਆਪਣੇ ਕੋਲ ਸੈਲਿੰਗ ਪ੍ਰਾਈਸ ਪਰ ਯੂਨਿਟ ਮਾਈਨਸ ਵੇਰੀਏਬਲ ਕੋਸਟ ਪਰ ਯੂਨਿਟ। ਉਹ ਹੁੰਦਾ ਆਪਣੇ ਕੋਲ ਕੰਟਰੀਬਿਊਸ਼ਨ ਪਰ ਯੂਨਿਟ ਦਾ ਫਾਰਮੂਲਾ ਹੁੰਦਾ। ਕੰਟਰੀਬਿਊਸ਼ਨ ਪਰ ਯੂਨਿਟ ਦਾ ਫਾਰਮੂਲਾ ਕੀ ਹੁੰਦਾ ਹੈ, ਸੈਲਿੰਗ ਪ੍ਰਾइस पर यूनिट माइनस वेरीएबल कोस्ट पर यूनिट। ठीक है, वो की होंगे अपने को कंट्रीब्यूशन का फार्मूला होंगे। ਹੁਣ ਵੀ ਆਪਾਂ ਨੂੰ ਪਤਾ ਚੱਲ ਵੀ ਪਰ ਯੂਨਿਟ ਐ ਫਾਈਂਡ ਆਊਟ ਹੁੰਦਾ ਹੈ। ਇਸੇ ਤਰ੍ਹਾਂ ਜੇ ਆਪਾਂ ਨੇ ਸਿੰਪਲ ਕੱਢਣਾ ਹੋਵੇ ਤਾਂ ਕੰਟਰੀਬਿਊਸ਼ਨ ਫਾਰਮੂਲਾ ਕੀ ਹੁੰਦਾ ਹੈ, ਜੇ ਟੋਟਲ ਕੱਢਣਾ ਹੋਵੇ ਤਾਂ ਆਪਾਂ ਨੇ ਸੇਲ ਦੇ ਵਿੱਚ ਆਪਾਂ ਜੇ ਵੇਰੀਏਬਲ ਕੋਸਟ ਘਟਾ ਦਿੱਤੀ ਜਾਵੇ ਤਾਂ ਆਪਣੇ ਕੋਲ ਕੀ ਨਿਕਲ ਆਉਂਦੀ ਹੈ, ਕੰਟਰੀਬਿਊਸ਼ਨ ਨਿਕਲ ਆਉਂਦਾ। ਕੀ ਨਿਕਲ ਆਉਂਦਾ ਆਪਣੇ ਕੋਲ, ਕੰਟਰੀਬਿਊਸ਼ਨ ਨਿਕਲ ਆਉਂਦਾ ਹੈ। ਹੁਣ ਆਪਣੇ ਕੋਲ ਕੰਟਰੀਬਿਊਸ਼ਨ ਫਾਈਂਡ ਆਊਟ ਕਰਨ ਦੇ ਕਿਹੜੇ ਫਾਰਮੂਲੇ ਹੋ ਸਕਦੇ ਆ, ਉਹ ਚੀਜ਼ ਆਪਾਂ ਕੀ ਕਰਦੇ ਹਾਂ ਹੁਣ ਪਹਿਲਾਂ ਡਿਸਕਸ ਕਰਦੇ ਹਾਂ, ਫਿਰ ਇਹਦੀ ਡੈਫੀਨੇਸ਼ਨ ਤੇ ਕੀ ਕਰਾਂਗੇ, ਡਿਸਕਸ ਕਰਾਂਗੇ। ਦੇਖੋ ਆਪਣੇ ਕੋਲ ਟੈਕਨੀਕਸ ਔਰ एलिमेंट ऑफ कॉस्ट एंड वॉल्यूम प्रॉफिट एनालाइज से भी आप टैक्नीक्स बारे डिस्क्राइब कंट्रीब्यूशन किस तरह फाइंड आउट होंदा है। कंट्रीब्यूशन फाइंड आउट होंदा है अपने कोल एक सेल दे विचों, जे आपां सेल दे विचों वेरीएबल कॉस्ट घटा दित्ती जावे, की घटा दित्ती जावे, वेरीएबल कॉस्ट घटा दित्ती जावे तो अपने कोल की निकल आऊगा, कंट्रीब्यूशन निकल आऊगा। की निकल आऊगा अपने कोल, कंट्रीब्यूशन। सपोज करो अपने को सेल है 20,000, की है अपने को सेल 20,000, वेरीएबल कॉस्ट है 4,000, तो अपने को कितना आ गया कंट्रीब्यूशन, 16,000 आ गया। कितना आ गया अपने को 16,000 रुपये आ गया अपने को कंट्रीब्यूशन। की आ गया कंट्रीब्यूशन इज इक्वल टू कितना आ गया 16,000 रुपये। जे चो आपां लैस की कर दिए फिक्स एक्सपेंसिस, की कर दिते जान लैस फिक्सड एक्सपेंसिस कर दिते जान। फिक्स एक्सपेंसिस मान लो 2,000 दी है, मान लो 2,000 दी है, चाहे अपने को प्रोडक्शन जिन्नी मर्जी हो इन्ना खर्चा तो आपां नूं पैना ही पैना है। ये 2,000 रुपये आप लैस कर दिए तो अपने को की आ जाऊगा 14,000 का। ठीक है, फिर ये की करांगे जो अपने सेल चो की करते वेरियो कंट्रीब्यूशन जो आप की करते फिक्स एक्सपेंसिस की करते लैस करते तो अपने को निकल के आ गया, प्रॉफिट निकल के आ गया। की निकल के आ गया अपने को प्रॉफिट निकल के आ गया। तो हुण अपने को प्रॉफिट इन्ना आ गया 14,000 रुपये का। हुण अपने को कंट्रीब्यूशन के दो फार्मूले निकलते, किहड़े निकलते अपने को कंट्रीब्यूशन के दो फार्मूले, सेल माइनस वेरीएबल कोस्ट इज इक्वल टू कंट्रीब्यूशन दे हो गए इन्ना। जे आपां उत्ते रिवर्स चल के देखिए, जे अपने कंट्रीब्यूशन फिक्स एक्सपेंस लैस किया प्रॉफिट आ गया। जे प्रॉफिट दे विच आपां फिक्स एक्सपेंस ऐड कर दिए, जे प्रॉफिट दे विच आपां की ऐड कर दिए, फिक्स एक्सपेंस ऐड कर दिए तो की निकल आऊगा अपने को कंट्रीब्यूशन निकलेगा। देखो तुहाडे कोल प्रॉफिट है 14,000 का, 14,000 च 2,000 ऐड कर दोगे तो फिर कंट्रीब्यूशन कितना है जो 16 है। भी मतलब अपने को इतने दो फार्मूले की होंगे फाइंड आउट होंगे, एक तो सेल माइनस वेरीएबल कॉस्ट, एक किहड़ा हो गया प्रॉफिट प्लस फिक्स एक्सपेंसिस। इस करके आपां की दो फार्मूले लिख सकते हैं, कंट्रीब्यूशन इज इक्वल टू सेल माइनस वेरिएबल कॉस्ट जा अपने को कितना हो सकता है, फिक्स्ड एक्सपेंसिस प्लस प्रॉफिट, फिक्स एक्सपेंसिस प्लस प्रॉफिट। ये दो फार्मूले कोई भी आप अपलाई कर सकते, जिमें क्वेश्चन च आपको क्या होगा, जे आपको ये स्टेटमेंट चाहिए दिता है तो आप यदि मदद कटांगे, जे स्टेटमेंट चाहिए दोनों दिता है तो आप कंट्रीब्यूशन के यदि हैल्प नाल की है फाइंड आउट करांगे। इस तरह आपको पता चलता ना भी अपने को जो सेल च वेरिएबल करांदा कंट्रीब्यूशन इन्ना जो, जे जो फिक्स एक्सपेंस प्रॉफिट, जे कंट्रीब्यूशन एक और फाइंड आउट करना तो आप की है जो प्रॉफिट च फिक्स एक्सपेंस ऐड कर दिए तो की निकल आंदा कंट्रीब्यूशन। इस तरह के दो फार्मूले है, इन्होंने आप कोई मर्जी कर सकते हैं, यूज़ कर सकते हैं। हुण आज आप डेफिनेशन बारे की करते हैं, डिस्कस करते आप डेफिनेशन ते की कहते डेफिनेशन है अपने को कंट्रीब्यूशन इज द डिफरेंस बिटवीन सेल एंड वेरीएबल कॉस्ट या मार्जिन कॉस्ट ऑफ सेल्स। अपन जिमें फार्मूले कहा भी सेल च वेरीएबल कढ़ाने होंगे, जो मार्जिन कॉस्ट ऑफ सेल्स होंगी अपने को मार्जिन कॉस्ट सेल भी कहते, की कहता कंट्रीब्यूशन कहा जाता है। इट मे आल्सो बी डिफाइंड
एज एक्सैस ऑफ सैलिंग प्राइस ओवर वेरीएबल कॉस्ट पर यूनिट। आप इनू होर किवें डिफाइन कर सकते हैं, क्योंकि सैलिंग प्राइस ज़्यादा होंदा है, वेरीएबल कॉस्ट की होंदा घट होंदा अपने कोल। इनू सैलिंग प्राइस ओवर वेरीएबल कॉस्ट भी कहा जाता है। मतलब कि है अपने कोल कि सैलिंग प्राइस ज़्यादा होंदा किहदे ओवर वेरीएबल, फिर ही अपने को कॉन्ट्रीब्यूशन पॉजिटिव च आऊगा। जे अपने को सेल 20,000 है तो कॉन्ट्रीब्यूशन कितना 4 है, मतलब अपने को कॉन्ट्रीब्यूशन थोड़ा तां थले रखे आप, तो मतलब अपने को 16,000 की आ गया कॉन्ट्रीब्यूशन आ गया। तां कहता भी सैलिंग प्राइस की होंदा एक्सैस होंदा। सैलिंग प्राइस की होंदा अपने को एक्सैस किहदे ओवर वेरीएबल कॉस्ट ते। कॉन्ट्रीब्यूशन इज आल्सो नाउ ਉਹ ਕੰਟਰੀਬਿਊਸ਼ਨ ਮਾਰਜਨ ਜਾਂ ਕੀ ਹੈ ਗਰੋਸ ਮਾਰਜਨ। ਕੰਟਰੀਬਿਊਸ਼ਨ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਇੱਕ ਤਾਂ ਕੰਟਰੀਬਿਊਸ਼ਨ ਮਾਰਜਨ ਨਾਲ ਜਾਣਿਆ ਜਾਂਦਾ ਹੈ, ਇੱਕ ਕੀ ਹੈ ਗਰੋਸ ਮਾਰਜਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਦੇ ਦੋ ਨੇਮ ਹੈ, ਇੱਕ ਤਾਂ ਕੰਟਰੀਬਿਊਸ਼ਨ ਮਾਰਜਨ और gross margin. Contribution being the excess of sale over variable cost is the amount that is contribute toward the fixed expense and profit. ਆਪਾਂ ਇਹਨੂੰ ਐਂ ਵੀ ਲਿਖ ਸਕਦੇ ਹਾਂ ਵੀ ਆਪਾਂ ਨੇ ਉੱਤੇ ਡੈਫੀਨੇਸ਼ਨ ਪੜ੍ਹੀ ਵੀ ਐਕਸੈਸ ਆਫ ਸੇਲ ਓਵਰ ਕੀ ਹੁੰਦਾ ਵੇਰੀਏਬਲ ਕੋਸਟ, ਜਾਂ ਕੀ ਹੁੰਦਾ ਆਪਣੇ ਕੋਲ ਫਿਕਸ ਕੋਸਟ ਪਲੱਸ ਪ੍ਰੋਫਿਟ, ਕਿਉਂਕਿ ਆਪਣੇ ਕੰਟਰੀਬਿਊਟ ਹੁੰਦਾ ਉਹ ਟਵਰਡ ਫਿਕਸ ਐਕਸਪੈਂਸਿਸ ਤੇ ਇਹ ਪ੍ਰੋਫਿਟ ਉਹ ਕੀ ਹੁੰਦਾ ਆਪਣੇ ਕੋਲ ਉਹ ਵੀ ਕੰਟਰੀਬਿਊਸ਼ਨ ਹੁੰਦਾ। ਇੱਕ ਤਾਂ ਸੇਲ ਮਾਈਨਸ ਵੇਰੀਏਬਲ ਕੋਸਟ ਤੇ ਇੱਕ ਕੀ ਹੁੰਦਾ ਫਿਕਸ ਐਕਸਪੈਂਸ ਐਂਡ ਪ੍ਰੋਫਿਟ ਜਿਹੜਾ ਆਪਾਂ ਕੰਟਰੀਬਿਊਟ ਕੀਤਾ ਹੁੰਦਾ ਦੋਨਾਂ 'ਚ ਉਹ ਕੀ ਹੁੰਦਾ ਆਪਣਾ ਕੰਟਰੀਬਿਊਸ਼ਨ ਹੁੰਦਾ। ਦੋਨੇ ਫਾਰਮੂਲੇ ਕੀ ਇਹਨਾਂ ਨੇ ਇਹ 'ਚ ਡਿਫਾਈਨ ਕੀਤੇ ਹੋਏ ਆ। ਇਫ ਦ ਸੈਲਿੰਗ ਪ੍ਰਾਈਸ ਆਫ ਪ੍ਰੋਡਕਟ 20 ਰੁਪਏ ਪਰ ਯੂਨਿਟ, ਵੇਰੀਏਬਲ ਕੋਸਟ ਕਿੰਨੀ ਆਪਾਂ ਹੁਣ ਇੱਥੇ ਆਪਾਂ ਨੂੰ ਪਰ ਯੂਨਿਟ ਰੇਟ ਦਿੱਤਾ ਤਾਂ ਆਪਾਂ ਕੰਟਰੀਬਿਊਸ਼ਨ ਵੀ ਇੱਥੇ पर यूनिट ही कटांगे। इफ सेलिंग प्राइस ऑफ प्रोडक्ट इज 20 पर यूनिट एंड वेरिएबल कॉस्ट इज 15 पर यूनिट, तो कंट्रीब्यूशन कितना आ गया अपने को 5 रुपये पर यूनिट आ गया अपने को, क्योंकि जो आप सेल के विच वेरिएबल कढ़ा देंगे मतलब 20 चो 15 कढ़ाई किन्ने आ गए 5 रुपीज़ आ गया। फर्दर लैट अस से डैट फिक्स एक्सपेंस आर 50,000 एंड द टोटल नंबर ऑफ यूनिट सोल्ड किन्ने कीते अपने 8,000। हुण मैं तुहानूं दस्सिया सी भी अपने को कंट्रीब्यूशन 5 रुपये आ गया तो अपने यूनिट विच किन्नी है 8,000, दैट मीनस अपने को टोटल पहला देखो अपने को कंट्रीब्यूशन कितना होया 5 रुपये का कंट्रीब्यूशन तो किन्नियां यूनिटां बेचियां 8,000 गुणा 5 40,000 होया अपने को कितना होया अपने को 40,000 होया। पर आपां नूं पता है ये पर 40,000 तो अपने को कंट्रीब्यूशन है, पर अपने को फिक्स एक्सपेंस का खर्चा कितना पै रहा है 50,000 का, 10,000 का लॉस ही हो रहा है। ये मतलब सुफिशेंट नहीं है, ये की नहीं है अपने को सुफिशेंट नहीं है फिक्स एक्सपेंस को पूरा करना भी रेट की अपना सुफिशेंट नहीं है जो फिक्स एक्सपेंस को पूरा नहीं कर रहा, क्योंकि अपने को यूनिटां इन्नियां नहीं बिक रही। द रिजल्ट ऑफ लॉस कितना आ गया 10,000 का हो गया, क्योंकि देखो 40,000 का कंट्रीब्यूशन 50,000 का खर्चा 10,000 का ऑटोमेटिकली लॉस हो गया अपने को, खर्चा की है अपने को ज़्यादा। जे यही आउटपुट 10,000 यूनिट होन की हम आउटपुट पहले 8,000 यूनिट से हम आउटपुट कितनी होगी 10,000 यूनिट, तो कंट्रीब्यूशन 50,000 तो फिक्स एक्सपेंस भी कितना आ गया अपने को 50,000। मतलब इतने अपनी जी कंट्रीब्यूशन है वो फिक्स एक्सपेंस को की कर रही है पूरा कर रही है, सिर्फ की कर रही है अपने को पूरा कर रही है। तो टोटल कंट्रीब्यूशन 50,000 इक्वल टू फिक्स कॉस्ट भी जो कंट्रीब्यूशन कि इक्वल है फिक्स कॉस्ट है, ये अपने को प्रॉफिट लिए कुछ नहीं बच रहा। प्रॉफिट कैन बी अर्न ओनली कहते प्रॉफिट तद ही अर्न हो सकता है जे अपने को कंट्रीब्यूशन ज़्यादा आऊगा कि फिक्स एक्सपेंस नाल, जे अपने कोल कंट्रीब्यूशन की होना चाहिए ज़्यादा होना चाहिए कि फिक्स एक्सपेंसिस नालों। जे अपने को कंट्रीब्यूशन ज़्यादा होगा फिक्स एक्सपेंसिस नालों फिर ही आप कर सकते हैं प्रॉफिट कमा सकते हैं। हुण जिवें अपने पहले 10 है हुण किन्ने यूनिट अपने क्योंकि 10 तक तो कोई प्रॉफिट हो ही नहीं रहा। जे आप यही यूनिट 15,000 होए किन्नियां होए 15 ते 5 किन्ना हो गया 75,000 हो गया, क्योंकि कंट्रीब्यूशन 5 रुपये पर यूनिट है, 15 यूनिट टोटल कॉस्ट कितनी होगी 75,000। तो अपने को फिक्स एक्सपेंस किन्ने अपने को 50,000, तो अपने को 75,000 च 50,000 कड्ढी अपने को किन्ना 25,000 की आ गया प्रॉफिट आ गया, की आ गया 25,000 की आ गया प्रॉफिट आ गया अपने को। आ देखो जे थोनों नहीं कॉपी थोनों दसदे हैं, देखो अपने को कंट्रीब्यूशन पर यूनिट किन्नी सी 5 रुपये सी, कंट्रीब्यूशन पर यूनिट 5 रुपये सी, तो फिक्स एक्सपेंसिस किन्ने से अपने को 50,000। अपने ये कंपैरिजन करना भी इनू रिकवर जे पूरा करूगा तो अपना प्रॉफिट नहीं, जे इनू पूरे तो उत्ते टप जे फिर प्रॉफिट होगा अपन 50,000 रुपये। हम अपने इतने आउटपुट किन्नी सेल कर रहे हैं 15 यूनिट, किन्नी कर रहे हैं आप सेल आउटपुट की 15,000 यूनिट, 15,000 यूनिट। तो अपने कोल कंट्रीब्यूशन कितना होया, कंट्रीब्यूशन होया अपने कोल 15,000 गुणा 5 रुपये हिसाब नाल 75,000 रुपये का की होया कंट्रीब्यूशन होया, 75,000 का की होया कंट्रीब्यूशन है। जद कि अपने को फिक्स एक्सपेंस किन्ने है 50,000। थोनों उत्ते फार्मे च दस्से जो कंट्रीब्यूशन फिक्स है अपने को प्रॉफिट आ जाता है। इसी तरह आप कंट्रीब्यूशन अपने को कितना सी 75,000 तो ये विचों आप फिक्स एक्सपेंसिस लैस कर दिए, की लैस कर दिए आप फिक्स
ਐਕਸਪੈਂਸਿਸ ਲੈਸ कर दिए। तो की आ गया अपने कोल 25,000 का प्रॉफिट आ गया। 25,000 का की आ गया अपने कोल प्रॉफिट आ गया। 25,000 रुपये का की आ गया प्रॉफिट, क्योंकि आप एक ही लैस करता फिक्सड एक्सपेंसिस किन्ने से अपने कोल 50,000 रुपये, किन्ने से 50,000, किन्ने से 50,000 रुपये सा 25,000 रुपये अपने को आ गया प्रॉफिट आ गया। हुण इत्थे अपना कॉन्ट्रीब्यूशन की है फिक्स एक्सपेंसिस तो ज़्यादा है, इस करके आप इत्थे की कमा रहे हैं, आप प्रॉफिट कमा रहे हैं। ये यही 3 केस समझाए गए सी भी ਜਿਹੜੇ अपने कोल की है जे कॉन्ट्रीब्यूशन फिक्स एक्सपेंस थल्ले तो अपन की लॉस हो रहा होंगे, जे कॉन्ट्रीब्यूशन की है फिक्स एक्सपेंसिस ਨੂੰ कवर कर रहा तो अपन कोई लॉस नहीं हो रहा, ना ही प्रॉफिट हो रहा है। जे कॉन्ट्रीब्यूशन अपना ज़्यादा फिक्स एक्सपेंसिस तो अपन की हो रहा होंगे प्रॉफिट हो रहा होंगे। हुण इस दे आपां की पढ़ांगे, ये फार्मूले तो तुहानूं दस दित्ते भी की होंगे अपने कोल। हुण आपां इहदियां एग्जैम्पशनस जिहड़ी आपां पढ़ लियां, एडवांटेज पढ़ांगे। की पढ़ांगे आपां इहदियां एडवांटेज की कॉन्ट्रीब्यूशन दियां। कहंदा सब तो पहले मैनेजमेंट नूं सैलिंग प्राइस फिक्स करने विच की करदा हेल्प करदा। देखो तुसीं पता है जे सैलिंग प्राइस नहीं होगा तो कॉन्ट्रीब्यूशन किवें फाइंड आउट करोगे। कोई कॉन्ट्रीब्यूशन फार्मूला की हुंदा, सेल माइनस वेरिएबल कॉस्ट हुंदा है। जे सेल ही दा प्राइस ही नहीं था तो सेल किवें फाइंड आउट होगी। इस करके अपनी की मैनेजमेंट की सैलिंग प्राइस नूं फिक्स करने विच की करता है हेल्प करता है। नंबर 2 इट इज डिटरमिन द ब्रेक इवन पॉइंट। ब्रेक इवन पॉइंट यदि मदद नहीं निकलता है, क्योंकि ब्रेक इवन पॉइंट के 2 फार्मूले होंगे हैं। की होंगे 2 फार्मूले होंगे हैं। जे ब्रेक इवन पॉइंट यूनिट च कढ़ना तो कॉन्ट्रीब्यूशन उसकी की करता है हेल्प करता है। कॉन्ट्रीब्यूशन उसकी की करता है हेल्प करता है। जे आप ब्रेक इवन पॉइंट यूनिट की फार्मूला होंगे फिक्स कॉस्ट अपॉन कॉन्ट्रीब्यूशन पर यूनिट। फिक्स कॉस्ट अपॉन कॉन्ट्रीब्यूशन पर यूनिट तो अपने को की है ब्रेक इवन पॉइंट यूनिटा विच की फाइंड आउट हो जाता है। जे ही रुपीज़ से कढ़ना हो तो फिक्स कॉस्ट अपॉन PV रेशियो, प्रॉफिट वॉल्यूम रेशियो। थर्ड पॉइंट इट हेल्प मैनेजमेंट ने सिलेक्शन सुटेबल प्रोडक्ट मिक्स फॉर प्रॉफिट मैक्सिमाइजेशन। ये मैनेजमेंट की सहायता भी किहड़ा प्रोडक्ट सुटेबल है जिहड़ी कि प्रॉफिट नूं वधा सकदा है। इट हेल्प इन चूसिंग फ्रॉम अमंग अल्टरनेटिव मैथड ऑफ प्रोडक्शनस। कहंदे की करदा आपां नूं दस भी किहड़ा मैथड ऑफ प्रोडक्शन वरतिया जावे जिहड़ा आपां नूं कि हाईएस्ट कॉन्ट्रीब्यूशन देवे, लिमिटेड फैक्टरीज अडॉप्ट। इट हेल्प द मैनेजमेंट डिसाइडिंग वैदर टू परचेज द मैनुफैक्चरस ए प्रोडक्ट या ए कंपोनेंट भी सानू मैनेजमेंट नूं डिसाइड करना चाहिए भी किहड़ा परचेज किया जाए, किहड़ा मैनुफैक्चर किया है प्रोडक्ट। कहते अपनों की हेल्प करता है। इट हेल्प इन टेकिंग डिसीजन रिगार्ड एडिंग ए न्यू प्रोडक्ट इन द मार्केट भी सानू की डिसीजन भी कदों आपां नूं मार्केट दे विच नवां प्रोडक्ट लैके आना चाहिए है। तो मार्जिन कॉस्टिंग ओकेशन दे विच अपने कोल की है सैकेंड दा आपको पता ही है। फर्स्ट अपने को कॉन्ट्रीब्यूशन मार्जिन कॉन्सेप्ट सी, सैकेंड की है मार्जिन कॉस्टिंग ओकेशन, सैकेंड की है मार्जिन कॉस्टिंग इक्वेशन की है अपने कोल। ਆਪਾਂ ਨੂੰ ਮਾਰਜਨ ਕੋਸਟ ਇਕੁਏਸ਼ਨ ਕੀ ਕਹਿੰਦਾ, ਦੇਖੋ ਜਦੋਂ ਸੇਲ ਚੋਂ ਵੇਰੀਏਬਲ ਕੋਸਟ ਕਰਾ ਇਜ਼ ਇਕੁਅਲ ਟੂ ਕੰਟਰੀਬਿਊਸ਼ਨ, ਇਹ ਆਪਣੀ ਕੀ ਹੁੰਦੀ ਹੈ ਮਾਰਜਨ ਕੋਸਟ ਇਕੁਏਸ਼ਨ ਹੁੰਦੀ ਹੈ। ਮਾਰਜਨ ਕੋਸਟ ਇਕੁਏਸ਼ਨ ਜੋ ਸੇਲ ਦੇ ਵਿੱਚੋਂ ਵੇਰੀਏਬਲ ਕੋਸਟ ਕਢਾ ਦਿੱਤਾ ਕੀ ਹੁੰਦਾ ਹੈ ਕੰਟਰੀਬਿਊਸ਼ਨ। ਹੁਣ ਆਪਾਂ ਇਹਨੂੰ ਇੱਧਰ ਉੱਧਰ ਲਿਜਾਣਾ ਹੈ, ਜਿਵੇਂ ਹੁਣ ਸੇਲ ਇਜ਼ ਇਕੁਅਲ ਟੂ ਕੀ ਹੋ ਜੂ ਕੰਟਰੀਬਿਊਸ਼ਨ ਪਲੱਸ ਵੇਰੀਏਬਲ, ਵੇਰੀਏਬਲ ਕੋਸਟ ਉੱਧਰ ਪਲੱਸ 'ਚ ਚਲਾ ਜਾਊ, ਠੀਕ ਹੈ। ਜਾਂ ਕੀ ਲਿਖ ਸਕਦੇ ਆਪਾਂ ਕੰਟਰੀਬਿਊਸ਼ਨ ਨੂੰ ਖੋਲ ਲਓ, ਹੁਣ ਕੰਟਰੀਬਿਊਸ਼ਨ ਨੂੰ ਆਪਾਂ ਕੀ ਲਿਖ ਸਕਦੇ ਫਿਕਸ ਕੋਸਟ ਪਲੱਸ ਪ੍ਰੋਫਿਟ। ਜੇ ਲੋਸ ਹੈ ਤਾਂ ਕੀ ਕਰਾਂਗੇ ਆਪਾਂ ਲੈਸ ਕਰਾਂਗੇ। ਆ ਦੇਖੋ ਇਹਨਾਂ ਨੇ ਕੀ ਕੀਤਾ, ਕੁਛ ਨਹੀਂ ਕੀਤਾ। ਮਾਰਜਨ ਕੋਸਟ ਇਕੁਏਸ਼ਨ ਕਿਵੇਂ ਕੀਤੀ फाइंड आउट, कुछ नहीं की। मार्जिन केस का सौखा ही है स्टैप, कुछ नहीं। मार्जिनल कोस्ट इक्वेशन सैकेंड तकनीक, सैकेंड, ठीक है। फिर आपको पता है जो से इक्वेशन की होंगी है सेल दे विचों वेरीएबल कोस्ट कढ़ा दी जाए, सेल दे विचों वेरीएबल कोस्ट कढ़ा दी जाए, वो की निकल आंदा है कॉन्ट्रीब्यूशन निकल आंदा है। की निकल आंदा अपने कोल कॉन्ट्रीब्यूशनस। आप इनू की लिख सकते हैं सेल माइनस वेरीएबल कोस्ट। कॉन्ट्रीब्यूशन का फार्मूला होगा कॉन्ट्रीब्यूशन इतने होर खोल लो, फिक्स कोस्ट भी होंगे प्लस प्रॉफिट, ठीक है। जे अपने को लॉस है तो की हो जाऊगा लैस हो जाऊगा, लॉस की हो जाऊगा अपने को लैस हो जू, लॉस की हो जू अपने को लैस हो जू। जे लॉस दिता आपां नूं की दिता, आपां नूं लॉस दिता है। ये सी अपनी मार्जिनल कॉस्ट इक्वेशन, ये सी अपनी मार्जिन कॉस्ट इक्वेशनस।
तो इसी तरह उन्होंने कि एक नूमेरिकल किया सेल की है 1.5 ਲੱਖ ਦਿੱਤੀ है, फिक्स कॉस्ट अपन 30,000 ਦਿੱਤੀ है, प्रॉफिट 40,000 ਦਾ। ਜੇ ਆਪਾਂ ਸੇਲ ਦੇ ਵਿੱਚ ਵੇਰੀਏਬਲ ਕੋਸਟ ਇਜ਼ ਇਕੁਅਲ ਫਿਕਸ ਕੋਸਟ ਪਰ ਪ੍ਰੋਫਿਟ ਆਪਾਂ ਨੂੰ ਸੇਲ ਵੀ ਦਿੱਤੀ, ਫਿਕਸ ਕੋਸਟ ਵੀ ਦਿੱਤੀ ਹੈ ਤੇ ਪ੍ਰੋਫਿਟ ਵੀ ਦਿੱਤਾ ਹੈ, ਤੇ ਆਪਣੇ ਕੋਲ ਕੀ ਫਾਈਂਡ ਆਊਟ ਹੋ ਜਾਊਗਾ, ਵੇਰੀਏਬਲ ਕੋਸਟ ਫਾਈਂਡ ਆਊਟ ਹੋ ਜਾਊਗਾ, ਕਿਉਂਕਿ ਇਹਦੀ ਵੈਲਿਊ ਕੀ ਕਰ ਦਾਂਗੇ, ਪੁੱਟ ਕਰ ਦਾਂਗੇ, ਤਾਂ ਆਪਣੇ ਕੋਲ ਕੀ ਹੋ ਜਾਊਗਾ, फाइंड आउट एजुकेशन से पुट कर देंगे। सो फ्रेंड आज का टॉपिक यहीं पर ही कंप्लीट होता है। नेक्स्ट टॉपिक हम नेक्स्ट वीडियो में डिस्कस करेंगे। थैंक यू फ्रेंड्स।